for watching this video. If you are new to this channel, kindly like, subscribe and hit the bell icon for latest updates. Thanks and enjoy. हेलो स्टूडेंट्स, हाउ आर यू? ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 8th ਚਾਈਲਡਹੁੱਡ। ਚਾਈਲਡਹੁੱਡ ਕੀ ਹੁੰਦਾ? ਬਚਪਨ। ਓਕੇ, ਦਿਸ ਲੈਸਨ ਇਜ਼ ਐਨ ਐਕਸਟ੍ਰੈਕਟ। ਐਕਸਟ੍ਰੈਕਟ ਹੁੰਦਾ ਜਦੋਂ ਅਸੀਂ ਕਿਸੇ ਵੱਡੀ ਕਿਤਾਬ ਦੇ ਵਿੱਚੋਂ ਜਾਂ ਵੱਡੇ ਲੇਖ ਦੇ ਵਿੱਚੋਂ ਇੱਕ ਛੋਟਾ ਜਿਹਾ ਟੁਕੜਾ, ਛੋਟਾ ਜਿਹਾ ਅੰਸ਼ ਉਸ ਲਿਖੀ ਹੋਈ ਚੀਜ਼ ਦਾ ਲੈ ਲੈਂਦੇ ਹਾਂ। ਠੀਕ ਹੈ, ਉਹਨੂੰ ਕਹਿੰਦੇ ਨੇ ਐਕਸਟ੍ਰੈਕਟ। ਸੋ ਦਿਸ ਲੈਸਨ ਇਜ਼ ਐਨ ਐਕਸਟ੍ਰੈਕਟ। ਸੋ ਇਹ ਲੈਸਨ ਵੀ ਇੱਕ ਐਕਸਟ੍ਰੈਕਟ ਹੈ। ਕਿੱਥੋਂ ਲਿਆ ਗਿਆ? ਫਰੋਮ ਗਾਂਧੀ ਜੀਜ਼ ਆਟੋਬਾਇਓਗ੍ਰਾਫੀ ਟਾਈਟਲਡ ਦ ਸਟੋਰੀ of my experiments with truth। ਸੋ ਇਹ ਲੈਸਨ ਗਾਂਧੀ ਜੀ ਦੀ ਲਿਖੀ ਹੋਈ ਸਵੈ ਜੀਵਨੀ ਵਿੱਚੋਂ ਲਿਆ ਗਿਆ, ਜਿਸ ਦਾ ਨਾਮ ਸੀ ਦ ਸਟੋਰੀ ਆਫ ਮਾਈ ਐਕਸਪੈਰੀਮੈਂਟਸ ਵਿਦ ਟਰੂਥ। ਮੇਰੇ ਟਰੂਥ ਦੇ ਨਾਲ ਐਕਸਪੈਰੀਮੈਂਟਸ। ਓਕੇ, ਹੇਅਰ ਹੀ ਡਿਸਕ੍ਰਾਈਬਸ ਸਮ ਇਨਸੀਡੈਂਟਸ ਆਫ ਹਿਸ ਚਾਈਲਡਹੁੱਡ। ਇੱਥੇ ਉਹ ਆਪਣੀ ਬਚਪਨ ਦੀਆਂ ਕੁਝ ਘਟਨਾਵਾਂ ਦਾ ਜ਼ਿਕਰ ਕਰਦੇ ਹਨ। ਗਾਂਧੀ ਜੀ ਵਾਸ ਦੈਨ ਅਬਾਊਟ 12 years old। ਗਾਂਧੀ ਜੀ ਉਦੋਂ ਲਗਭਗ 12 ਸਾਲਾਂ ਦੇ ਸਨ। ਦ ਇਨਸੀਡੈਂਟਸ ਹੀ ਡਿਸਕ੍ਰਾਈਬਸ ਹੈਡ ਅ ਡੀਪ impression on his young mind। ਜਿਹੜੀਆਂ ਘਟਨਾਵਾਂ ਦਾ ਉਹ ਜ਼ਿਕਰ ਕਰਦੇ ਹਨ, ਉਹਨਾਂ ਘਟਨਾਵਾਂ ਦਾ ਉਹਨਾਂ ਦੇ ਬਚਪਨ ਵਾਲੇ ਦਿਮਾਗ ਉੱਤੇ ਡੂੰਘਾ ਪ੍ਰਭਾਵ ਸੀ। ਰੀਡ these incidents। ਇਹਨਾਂ ਘਟਨਾਵਾਂ ਨੂੰ ਪੜੋ and think ਅਤੇ ਸੋਚੋ how different ਗਾਂਧੀ ਜੀ was from the other children of his age। ਕਿ ਗਾਂਧੀ ਜੀ ਆਪਣੀ ਏਜ ਦੇ ਦੂਜੇ ਬੱਚਿਆਂ ਨਾਲੋਂ ਕਿੱਦਾਂ ਭਿੰਨ ਸਨ, ਕਿੱਦਾਂ ਅਲੱਗ ਸਨ। The text has been slightly simplified। ਇਹ ਜਿਹੜਾ ਟੈਕਸਟ ਹੈ, ਯਾਨੀ ਜੋ ਲਿਖਿਆ ਹੋਇਆ ਮਟੀਰੀਅਲ ਹੈ, ਤੁਹਾਡੇ ਲਈ ਥੋੜਾ ਸਿੰਪਲੀਫਾਈ ਕਰ ਦਿੱਤਾ ਗਿਆ। ਯਾਨੀ ਐਕਚੁਅਲ ਵਿੱਚ ਜਿਹੜੀ ਕਿਤਾਬ ਉਹਨਾਂ ਵੱਲੋਂ ਲਿਖੀ ਗਈ ਸੀ, ਉਹਦੇ ਵਿੱਚ ਇਹਦੀ ਵੋਕੈਬਲਰੀ ਥੋੜੀ ਔਖੀ ਸੀ। ਉਹਨੂੰ ਆਪਾਂ 8ਵੀਂ ਦੇ ਬੱਚਿਆਂ ਦੇ ਸਟੈਂਡਰਡ ਦੇ ਹਿਸਾਬ ਨਾਲ ਇਹਨੂੰ ਥੋੜਾ ਸਿੰਪਲੀਫਾਈ ਕਰ ਦਿੱਤਾ ਹੈ। ਓਕੇ, ਲੈਟਸ ਸਟਾਰਟ। ਆਈ ਮਸਟ ਹੈਵ ਬੀਨ ਅਬਾਊਟ 7। ਮੈਂ ਉਦੋਂ ਜ਼ਰੂਰ ਹੀ 7 ਸਾਲਾਂ ਦਾ ਹੋਵਾਂਗਾ। ਵੈਨ ਮਾਈ ਫਾਦਰ ਲੈਫਟ ਪੋਰਬੰਦਰ। ਜਦੋਂ ਮੇਰੇ ਪਿਤਾ ਜੀ ਨੇ ਪੋਰਬੰਦਰ ਛੱਡਿਆ। ਪੋਰਬੰਦਰ ਇੱਕ ਸ਼ਹਿਰ ਦਾ ਨਾਮ। ਫॉर ਰਾਜਕੋਟ, ਰਾਜਕੋਟ ਤੇ ਲਈ। ਠੀਕ ਹੈ, ਰਾਜਕੋਟ ਜਾਣ ਲਈ ਪੋਰਬੰਦਰ ਨੂੰ ਛੱਡਿਆ। ਕਾਹਦੇ ਵਾਸਤੇ ਉਹ ਰਾਜਕੋਟ ਜਾਣਾ ਚਾਹੁੰਦੇ ਸੀ? ਟੂ ਬਿਕਮ ਅ ਮੈਂਬਰ ਆਫ ਦ ਰਾਇਲ ਕੋਰਟ, ਤਾਂ ਕਿ ਉਹ ਸ਼ਾਹੀ ਦਰਬਾਰ ਦੇ ਮੈਂਬਰ ਬਣ ਸਕਣ। ਦੇਅਰ ਆਈ ਵਾਸ ਪੁੱਟ ਇਨਟੂ ਅ ਪ੍ਰਾਇਮਰੀ ਸਕੂਲ। ਉੱਥੇ ਮੈਨੂੰ ਇੱਕ ਪ੍ਰਾਇਮਰੀ ਸਕੂਲ ਵਿੱਚ ਪਾ ਦਿੱਤਾ ਗਿਆ। ਆਈ ਕੈਨ ਵੈਲ ਰੀਕੋਲੈਕਟ। ਰੀਕੋਲੈਕਟ ਹੁੰਦਾ ਦੁਬਾਰਾ ਇਕੱਠੀਆਂ ਕਰਨੀਆਂ। ਓਕੇ, ਦੁਬਾਰਾ ਯਾਦ ਕਰਨੀਆਂ। ਦ ਨੇਮਸ ਐਂਡ ਅਦਰ ਪਾਰਟਿਕੂਲਰਸ ਆਫ ਦ ਟੀਚਰਸ ਹੂ ਟੌਟ ਮੀ। ਕਹਿੰਦੇ ਮੈਂ ਸਾਰਾ ਕੁਝ ਉਹਨਾਂ ਟੀਚਰਸ ਬਾਰੇ, ਜਿਨ੍ਹਾਂ ਟੀਚਰਸ ਨੇ ਮੈਨੂੰ ਪੜਾਇਆ, ਉਹਨਾਂ ਬਾਰੇ ਹਰ ਚੀਜ਼, ਉਹਨਾਂ ਦਾ ਨਾਮ ਤੇ ਉਹਨਾਂ ਬਾਰੇ ਹੋਰ ਗੱਲਾਂ ਨੂੰ ਦੁਬਾਰਾ ਯਾਦ ਕਰ ਸਕਦਾ। ਉਸੇ ਤਰ੍ਹਾਂ ਹੀ ਦੁਬਾਰਾ ਆਪਣੇ ਜ਼ਿਹਨ ਵਿੱਚ ਲੈ ਕੇ ਆ ਸਕਦਾ ਹਾਂ ਕਿ ਮੈਨੂੰ ਉਹ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਯਾਦ ਹਨ। ਆਈ ਵਾਸ ਓਨਲੀ ਅ ਮੀਡੀਓਕਰ ਸਟੂਡੈਂਟ। ਮੈਂ ਮੀਡੀਓਕਰ ਸੀ। ਮੀਡੀਓਕਰ ਕੀ ਹੁੰਦਾ? ਐਵਰੇਜ। ਨਾ ਜ਼ਿਆਦਾ ਹੁਸ਼ਿਆਰ ਸੀ ਤੇ ਨਾ ਜ਼ਿਆਦਾ ਨਲਾਇਕ ਸੀ। ਐਂਡ ਦੇਅਰ ਵਾਸ ਹਾਰਡਲੀ ਐਨੀਥਿੰਗ ਟੂ ਨੋਟ ਅਬਾਊਟ ਮਾਈ ਸਟੱਡੀਜ਼। ਤੇ ਇਸ ਤੋਂ ਬਿਨਾਂ ਕਿ ਮੈਂ ਇੱਕ ਮੀਡੀਓਕਰ ਸਟੂਡੈਂਟ ਸੀ, ਮੈਨੂੰ ਆਪਣੀ ਸਟੱਡੀਜ਼ ਬਾਰੇ ਕੁਝ ਜ਼ਿਆਦਾ ਯਾਦ ਵੀ ਨਹੀਂ। ਫਰੋਮ ਦਿਸ ਸਕੂਲ ਆਈ ਵੈਂਟ ਟੂ ਅ ਮਿਡਲ ਸਕੂਲ। ਇਸ ਸਕੂਲ ਤੋਂ ਮੈਂ ਮਿਡਲ ਸਕੂਲ ਗਿਆ। ਐਂਡ ਫਰੋਮ ਦੇਅਰ, ਅਤੇ ਉਸ ਜਗ੍ਹਾ ਤੋਂ ਟੂ ਅ ਹਾਈ ਸਕੂਲ, ਹਾਈ ਸਕੂਲ ਗਿਆ। ਬਾਏ ਨਾਓ ਆਈ ਹੈਡ ਰੀਚਡ ਮਾਈ 12th year। ਹੁਣ ਮੈਂ ਆਪਣੇ 12ਵੇਂ ਸਾਲ ਵਿੱਚ ਪਹੁੰਚ ਗਿਆ ਸੀ। ਡਿਊਰਿੰਗ ਦਿਸ ਸ਼ੋਰਟ ਪੀਰੀਅਡ, ਇਸ ਘੱਟ ਸਮੇਂ ਦੇ ਅੰਤਰਾਲ ਦੇ ਦੌਰਾਨ, ਆਈ ਡੋਂਟ ਰਿਮੈਂਬਰ ਹੈਵਿੰਗ ਐਵਰ ਟੋਲਡ ਅ ਲਾਈ ਟੂ ਮਾਈ ਟੀਚਰਸ ਔਰ ਮਾਈ ਸਕੂਲਮੇਟਸ। ਮੈਨੂੰ ਨਹੀਂ ਯਾਦ ਕਿ ਮੈਂ ਕਦੀ ਵੀ ਆਪਣੇ ਟੀਚਰਸ ਨੂੰ ਜਾਂ ਆਪਣੇ ਸਕੂਲਮੇਟਸ ਯਾਨੀ ਸਕੂਲ ਦੇ ਸਹਿਪਾਠੀਆਂ ਨੂੰ ਕਦੀ ਕੋਈ ਝੂਠ ਬੋਲਿਆ ਹੋਵੇ। ਆਈ ਯੂਜ਼ਡ ਟੂ ਬੀ ਵੈਰੀ ਸ਼ਾਈ। ਮੈਂ ਅਕਸਰ ਬੜਾ ਸ਼ਰਮੀਲਾ ਹੋਇਆ ਕਰਦਾ ਸੀ। ਐਂਡ ਅਵੋਇਡਡ ਆਲ ਕੰਪਨੀ। ਅਤੇ ਹਰ ਤਰ੍ਹਾਂ ਦੀ ਕੰਪਨੀ ਨੂੰ ਅਵੋਇਡ ਕਰਦਾ ਸੀ। ਓਕੇ, ਮਾਈ ਬੁੱਕਸ ਐਂਡ ਮਾਈ ਲੈਸਨਸ ਵਰ ਮਾਈ ਸੋਲ ਕੰਪੈਨੀਅਨਸ। ਮੇਰੀਆਂ ਕਿਤਾਬਾਂ ਅਤੇ ਮੇਰੇ ਪਾਠ ਹੀ ਮੇਰੇ ਇਕੱਲੇ ਸਾਥੀ ਹੁੰਦੇ ਸਨ। ਸੋਲ ਕੀ ਹੁੰਦਾ? ਇਕੱਲੇ। ਕੰਪੈਨੀਅਨਸ ਸਾਥੀ। ਟੂ ਬੀ ਐਟ ਸਕੂਲ ਐਟ ਦ ਸਟ੍ਰੋਕ ਆਫ ਦ ਆਵਰ। ਸਟ੍ਰੋਕ ਆਫ ਦ ਆਵਰ ਹੁੰਦਾ ਪੂਰੇ ਟਾਈਮ ਤੇ। ਠੀਕ ਹੈ ਬਈ, ਘੰਟੀ ਵੱਜਣ ਤੇ। ਕਿ ਘੰਟੀ ਵੱਜਣ ਤੇ ਮੈਂ ਸਕੂਲ ਹੁੰਦਾ ਸੀ। ਐਂਡ ਟੂ ਰਨ ਬੈਕ ਹੋਮ ਐਜ਼ ਸੂਨ ਐਜ਼ ਦ ਸਕੂਲ ਕਲੋਜ਼ਡ। ਅਤੇ ਜਿਵੇਂ ਹੀ ਸਕੂਲ ਬੰਦ ਹੁੰਦਾ ਮੈਂ ਆਪਣੇ ਘਰ ਭੱਜਿਆ ਆਂਦਾ। ਦੈਟ ਵਾਜ਼ ਮਾਈ ਡੇਲੀ ਹੈਬਿਟ। ਇਹ ਮੇਰੀ ਰੋਜ਼ ਦੀ ਆਦਤ ਸੀ। ਆਈ ਲਿਟਰਲੀ ਰੈਨ ਬੈਕ ਬਿਕੋਜ਼ ਆਈ ਕੁਡ ਨਾਟ ਬੀਅਰ ਟੂ ਟਾਕ ਟੂ ਐਨੀਬੋਡੀ। ਮੈਂ ਹੋਰ ਬਸ ਕੁਝ ਨਾ ਕਰਦਾ, ਸਿਰਫ ਘਰ ਭੱਜਿਆ ਆਂਦਾ, ਕਿਉਂਕਿ ਮੈਂ ਕਿਸੇ ਦੇ ਨਾਲ ਵੀ ਗੱਲ ਕਰਨੀ ਬਰਦਾਸ਼ਤ ਨਹੀਂ ਕਰ ਸਕਦਾ ਸੀ। ਆਈ ਵਾਜ਼ ਈਵਨ ਅਫਰੇਡ ਲੈਸਟ ਐਨੀਵਨ ਸ਼ੁਡ ਪੋਕ ਫਨ ਐਟ ਮੀ। ਮੈਨੂੰ ਡਰ ਸੀ ਕਿ ਕਿਤੇ ਕੋਈ ਮੇਰਾ ਮਜ਼ਾਕ ਨਾ ਉਡਾਏ। ਦੇਅਰ ਇਜ਼ ਐਨ ਇਨਸੀਡੈਂਟ ਵਿਚ ਅਕਰਡ ਐਟ ਦ
examination during my first year at the high school. मेरे हाई स्कूल ਦੇ ਪਹਿਲੇ ਸਾਲ ਦੀ ਇੱਕ ਇਨਸੀਡੈਂਟ ਹੈ ਜੋ ਕਿ ਐਗਜ਼ਾਮੀਨੇਸ਼ਨ ਦੇ ਦੌਰਾਨ ਵਾਪਰੀ। ਓਕੇ, ਡਿਊਰਿੰਗ ਹੁੰਦਾ ਦੌਰਾਨ, ਐਂਡ ਵਿਚ ਇਜ਼ ਵਰਥ ਰਿਕਾਰਡਿੰਗ, ਅਤੇ ਇਹ ਇਹੋ ਜੀ ਘਟਨਾ ਹੈ ਜਿਹੜੀ ਯਾਦ ਰੱਖਣ ਯੋਗ ਹੈ। ਮਿਸਟਰ ਗਾਇਲਸ ਦਾ ਇੰਸਪੈਕਟਰ ਆਫ ਸਕੂਲਸ, ਮਿਸਟਰ ਗਾਇਲਸ ਜੋ ਕਿ ਸਕੂਲਸ ਦੇ ਇੰਸਪੈਕਟਰ ਸਨ, ਹੈਡ ਕਮ ਔਨ ਅ ਵਿਜ਼ਿਟ ਆਫ ਇੰਸਪੈਕਸ਼ਨ, ਸਾਡੇ ਸਕੂਲ ਇੱਕ ਇੰਸਪੈਕਸ਼ਨ ਦੀ ਵਿਜ਼ਿਟ ਤੇ ਆਏ। He had set us 5 words to write, ਉਹਨਾਂ ਨੇ ਸਾਡੇ ਲਈ 5 words ਸੈੱਟ ਕੀਤੇ ਲਿਖਣ ਲਈ, ਯਾਨੀ ਉਹਨਾਂ ਨੇ ਸਾਨੂੰ ਡਿਕਟੇਸ਼ਨ ਪਵਾਈ ਐਜ਼ ਅ ਸਪੈਲਿੰਗ ਐਕਸਰਸਾਈਜ਼, ਕਿ ਉਹ ਚੈੱਕ ਕਰਨਾ ਚਾਹੁੰਦੇ ਸੀ ਕਿ ਬੱਚਿਆਂ ਦੇ ਸਪੈਲਿੰਗਸ ਵਿੱਚ ਕੋਈ ਮਿਸਟੇਕ ਤਾਂ ਨਹੀਂ, ਉਹ ਉਹਨਾਂ ਨੂੰ ਸਪੈਲਿੰਗ ਐਕਸਰਸਾਈਜ਼ ਦੇਣਾ ਚਾਹੁੰਦੇ ਸਨ। One of the words was kettle, I had misspelt it, ਉਹਨਾਂ ਵਿੱਚੋਂ ਇੱਕ ਵਰਡ ਸੀ kettle ਜਿਹੜਾ ਕਿ ਮੈਂ ਮਿਸਸਪੈਲਟ ਕਰਤਾ ਸੀ, ਯਾਨੀ ਉਹਦੀ ਸਪੈਲਿੰਗ ਗਲਤ ਲਿਖਤੇ ਸੀ। The teacher tried to prompt me with the point of his boot, ਟੀਚਰ ਨੇ ਆਪਣੇ ਬੂਟ ਦੀ ਨੋਕ ਦੇ ਨਾਲ ਮੈਨੂੰ ਉਕਸਾਇਆ ਕਿ ਉਹ ਸਪੈਲਿੰਗ ਮੈਂ ਠੀਕ ਕਰ ਲਵਾਂ, ਬਟ ਆਈ ਵੁੱਡ ਨੋਟ ਬੀ ਪ੍ਰੋਮਪਟਡ, ਪਰ ਮੈਨੂੰ ਉਕਸਾਇਆ ਨਾ ਜਾ ਸਕਿਆ। ਇਟ ਵਾਜ਼ ਬਿਯੋਂਡ ਮੀ ਟੂ ਸੀ that he wanted me to copy the spelling from my neighbor's slate, ਇਹ ਮੇਰੇ ਲਈ ਸੋਚ ਤੋਂ ਪਰਾਂ ਦੀ ਗੱਲ ਸੀ ਕਿ ਇੱਕ ਟੀਚਰ ਮੈਨੂੰ ਉਕਸਾ ਰਿਹਾ ਹੈ ਕਿ ਮੈਂ ਆਪਣੀ ਗੁਆਂਢੀ ਦੀ ਸਲੇਟ ਤੋਂ ਸਪੈਲਿੰਗ ਚੈੱਕ ਕਰਕੇ ਕਾਪੀ ਕਰਕੇ ਲਿਖ ਲਵਾਂ। I had thought that the teacher was there to supervise us against copying, ਮੈਂ ਸੋਚਿਆ ਸੀ ਕਿ ਟੀਚਰ ਉੱਥੇ ਸੀ ਤਾਂ ਕਿ ਸਾਨੂੰ ਕਾਪੀ ਕਰਨ ਤੋਂ ਰੋਕ ਸਕੇ। The result was that all the boys except me were found to have spelled every word correctly, ਇਸ ਦਾ ਨਤੀਜਾ ਇਹ ਨਿਕਲਿਆ ਕਿ ਮੇਰੇ ਤੋਂ ਬਿਨਾਂ ਬਾਕੀ ਸਾਰੇ ਮੁੰਡਿਆਂ ਨੇ ਸਪੈਲਿੰਗਸ ਠੀਕ ਲਿਖੇ ਸਨ। Only I had been stupid, ਸਿਰਫ ਮੈਂ ਹੀ ਮੂਰਖ ਬਚਿਆ ਸੀ। I could never learn the art of copying, ਮੈਂ ਕਦੀ ਵੀ ਨਕਲ ਮਾਰਨ ਦੀ ਕਲਾ ਨਹੀਂ ਸਿੱਖ ਸਕਿਆ। Yet the incident did not in the least diminish my respect for my teacher, ਹਾਲਾਂਕਿ ਇਸ ਘਟਨਾ ਨੇ ਮੇਰਾ ਮੇਰੇ ਟੀਚਰ ਪ੍ਰਤੀ ਸਤਿਕਾਰ ਜ਼ਰਾ ਜਿੰਨਾ ਵੀ ਨਹੀਂ ਘਟਾਇਆ। Anybody, however highly placed or howsoever wise, can at times be tempted to go wrong, ਕੋਈ ਵੀ ਵਿਅਕਤੀ ਚਾਹੇ ਉਹ ਕਿੰਨਾ ਵੀ ਉੱਚੇ ਰੈਂਕ ਤੇ ਹੋਵੇ ਜਾਂ ਕਿੰਨਾ ਵੀ ਸਿਆਣਾ ਹੋਵੇ, ਕਦੀ ਨਾ ਕਦੀ ਉਹ ਸਮਾਂ ਆਉਂਦਾ ਹੈ ਕਿ ਉਹ ਉਤੇਜਿਤ ਹੋ ਜਾਂਦਾ ਹੈ ਕੋਈ ਗੱਲ ਗਲਤ ਕਰਨ ਨੂੰ। To err is human, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। I was by nature blind to the faults of elders, ਮੈਂ ਸੁਭਾਵਕ ਤੌਰ ਤੇ ਵੱਡਿਆਂ ਦੇ ਔਗਣ ਲੱਭਣ ਵਿੱਚ ਆਪਣੇ ਆਪ ਨੂੰ ਅੰਨਾ ਕੀਤਾ ਹੋਇਆ ਸੀ, ਯਾਨੀ ਮੈਂ ਉਹਨਾਂ ਦੇ ਔਗਣ ਨੂੰ ਨਹੀਂ ਦੇਖਦਾ ਸੀ। ਓਕੇ, I had learnt, ਮੈਂ ਸਿੱਖਿਆ ਸੀ to carry out, ਪਾਲਣ ਕਰਨਾ, the orders of elders, ਵੱਡਿਆਂ ਦੀ ਆਗਿਆ ਦਾ, not to scan their actions, ਨਾ ਕਿ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਨਿਰੀਖਣ ਕਰਨਾ। Two other incidents of the same period have always clung to my memory, ਉਸੇ ਸਮੇਂ ਦੀਆਂ ਦੋ ਹੋਰ ਘਟਨਾਵਾਂ ਵੀ ਮੇਰੀ ਯਾਦਦਾਸ਼ਤ ਨਾਲ ਚਿੰਬੜੀਆਂ ਹੋਈਆਂ ਹਨ, ਜੁੜੀਆਂ ਹੋਈਆਂ ਹਨ। I never had any taste for reading beyond my school books, ਮੈਂ ਕਦੀ ਵੀ ਆਪਣੀ ਸਕੂਲ ਬੁੱਕਸ ਤੋਂ ਬਿਨਾਂ ਹੋਰ ਕੋਈ ਵੀ ਰੀਡ ਨਹੀਂ ਕੀਤਾ ਸੀ। However, I disliked being taken to task by my teacher as much as I disliked deceiving him, ਮੈਂ ਇਹ ਪਸੰਦ ਨਹੀਂ ਕਰਦਾ ਸੀ ਕਿ ਮੇਰੇ ਟੀਚਰ ਮੈਨੂੰ ਕੋਈ ਕੰਮ ਦੇਣ। ਓਕੇ, ਤੇ ਉਹਨਾਂ ਹੀ ਮੈਂ ਇਹ ਵੀ ਨਹੀਂ ਪਸੰਦ ਕਰਦਾ ਸੀ ਕਿ ਮੈਂ ਉਹਨਾਂ ਨੂੰ ਕਿਸੇ ਗੱਲ 'ਚ ਧੋਖਾ ਦੇਵਾਂ। Therefore, the daily lessons had to be done, ਇਸ ਕਰਕੇ ਜਿਹੜੇ ਰੋਜ਼ ਦੇ ਕੰਮ ਮੈਨੂੰ ਮਿਲਦੇ ਸਨ ਉਹ ਮੈਂ ਕਰ ਲੈਂਦਾ ਸੀ, but often without my mind in them, ਪਰ ਹਮੇਸ਼ਾ ਮੇਰਾ ਕੋਈ ਜੀ ਨਹੀਂ ਹੁੰਦਾ ਸੀ ਉਹਨਾਂ ਵਿੱਚ ਵੀ ਉਹਨਾਂ ਨੂੰ ਮੈਂ ਕਰਾਂ, ਪਰ ਕਿਉਂਕਿ ਮੇਰੇ ਟੀਚਰਸ ਨੇ ਉਹ ਕੰਮ ਦਿੱਤਾ ਹੁੰਦਾ ਸੀ, ਮੈਨੂੰ ਪਸੰਦ ਤਾਂ ਨਹੀਂ ਆਉਂਦਾ ਸੀ, ਪਰ ਮੈਂ ਉਹਨਾਂ ਨੂੰ ਧੋਖਾ ਵੀ ਨਹੀਂ ਦੇਣਾ ਚਾਹੁੰਦਾ ਸੀ, ਇਸ ਕਰਕੇ ਬੇਮਨੇ ਢੰਗ ਦੇ ਨਾਲ ਮੈਂ ਉਹ ਕਰਦਾ ਸੀ। ਓਕੇ, thus there was of course no question of any extra reading, ਇਸ ਕਰਕੇ ਫਿਰ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਕੁਝ ਹੋਰ ਵੀ ਇਸ ਬੁੱਕਸ ਤੋਂ ਇਲਾਵਾ ਪੜਾਂਗਾ। Even the lessons could not be done properly, even ਉਹ ਜਿਹੜੇ ਲੈਸਨ ਸੀ ਉਹ ਵੀ ਮੈਂ ਚੰਗੀ ਤਰ੍ਹਾਂ ਨਹੀਂ ਕਰ ਪਾਉਂਦਾ ਸੀ। But somehow my eyes fell on a book that my father had bought, ਪਰ ਕੁਝ ਹੱਦ ਤੱਕ ਮੇਰੀ ਨਿਗਾਹ ਉਸ ਕਿਤਾਬ ਤੇ ਪਈ ਜੋ ਮੇਰੇ ਪਿਤਾ ਜੀ ਨੇ ਖਰੀਦੀ ਸੀ। It was ਸ਼ਰਵਨ ਪਿਤਰ ਭਗਤੀ ਨਾਟਕ, ਇਸ ਕਿਤਾਬ ਦਾ ਨਾਮ ਸੀ ਸ਼ਰਵਨ ਪਿਤਰ ਭਗਤੀ ਨਾਟਕ, a play about ਸ਼ਰਵਨ's devotion to his parents, ਇਹ ਇੱਕ ਨਾਟਕ ਸੀ ਜੋ ਕਿ ਸ਼ਰਵਣ ਦੇ ਆਪਣੇ ਮਾਤਾ ਪਿਤਾ ਦੇ ਪ੍ਰਤੀ ਸਮਰਪਣ ਉੱਤੇ ਆਧਾਰਿਤ ਸੀ। I read it with deep interest, ਮੈਂ ਇਸ ਨੂੰ ਪੂਰੇ ਇੰਟਰਸਟ ਨਾਲ ਪੜ੍ਹਿਆ। About the same time, ਉਸੇ ਵਕਤ ਦੇ ਦੌਰਾਨ there came to our place a group of itinerant showmen, itinerant ਹੁੰਦੇ ਨੇ ਉਹ ਵਿਅਕਤੀ ਜਿਹੜੇ ਜਗ੍ਹਾ ਜਗ੍ਹਾ ਘੁੰਮਦੇ ਹਨ ਆਪਣੇ ਕੰਮ ਲਈ। ਓਕੇ, ਉਹ ਕਿਹੜਾ ਕੰਮ ਸੀ? ਸ਼ੋਮੈਨ, ਯਾਨੀ ਫਿਲਮ ਦਿਖਾਉਣ ਦਾ। ਤੁਸੀਂ ਤਾਂ ਨਹੀਂ ਦੇਖਿਆ ਹੋਏਗਾ, ਪਰ ਪੁਰਾਣੇ ਜ਼ਮਾਨੇ ਵੇਲੇ ਇਹ itinerant showmen ਆਮ ਘੁੰਮਦੇ ਹੁੰਦੇ ਸੀ ਜਿਹੜੇ ਕਿ
ਸਾਨੂੰ ਮੂਵੀ ਦਿਖਾਉਂਦੇ ਹੁੰਦੇ ਸੀ, ਜਿਹਦੇ ਕਿ ਚੌਹਾਂ ਪਾਸੇ ਢੱਕਣ ਲੱਗੇ ਹੁੰਦੇ ਸੀ। ਇਹ ਢੱਕਣ ਉਹੋ ਜਿਹੇ ਹੁੰਦੇ ਸੀ ਜਿੱਦਾਂ ਦੁੱਧ ਦੇ ਡੋਲੂ ਦੇ ਉੱਤੇ ਉਹ ਢੱਕਣ ਲੱਗਿਆ ਹੁੰਦਾ, ਉਸ ਤਰ੍ਹਾਂ ਦਾ ਢੱਕਣ ਲੱਗਿਆ ਹੁੰਦਾ ਸੀ। ਅਸੀਂ ਉਹਨੂੰ ਖੋਲ ਕੇ ਤੇ ਆਪਣੇ ਹੱਥ ਉਹਦੇ ਉੱਤੇ ਰੱਖ ਕੇ ਤੇ ਆਸੇ-ਪਾਸੇ ਉਹ ਹਨੇਰਾ ਕਰਕੇ ਅਸੀਂ ਉਸ ਹੋਲ ਵਿੱਚ ਉਹ ਮੂਵੀ ਦੇਖਦੇ ਹੁੰਦੇ ਸੀ। ਤੇ ਉਹ ਜਿਹੜਾ ਆਈਟਨਰੈਂਟ ਸ਼ੋਮੈਨ ਹੁੰਦਾ ਸੀ ਉਹ ਕੀ ਕਰਦਾ ਹੁੰਦਾ ਸੀ, ਉੱਪਰੋਂ ਦੀ ਉਸ ਨੂੰ ਘੁਮਾਉਂਦਾ ਸੀ ਤੇ ਉਹ ਜਿਹੜੀਆਂ ਸੀ ਸਲਾਈਡਸ ਘੁੰਮਦੀਆਂ ਸੀ ਤੇ ਸਾਰੇ ਨਾਲ-ਨਾਲ ਗਾਣੇ ਚੱਲਦੇ ਸੀ ਤੇ ਸਾਨੂੰ ਬੜਾ ਮਜ਼ਾ ਆਉਂਦਾ ਸੀ। ਸਾਨੂੰ ਲੱਗਦਾ ਹੁੰਦਾ ਸੀ ਅਸੀਂ ਕੋਈ ਫਿਲਮ ਦੇਖ ਰਹੇ ਹਾਂ। ਠੀਕ ਹੈ, ਕਹਿੰਦੇ ਉਸੇ ਵੇਲੇ ਦੌਰਾਨ ਸਾਡੇ ਜਿੱਥੇ ਅਸੀਂ ਰਹਿੰਦੇ ਸੀ ਉਸ ਜਗ੍ਹਾ ਤੇ ਕਈ ਇਹੋ ਜਿਹੇ ਆਈਟਨਰੈਂਟ ਸ਼ੋਮੈਨ ਆਏ। ਓਕੇ, one of the picture they showed was of Sharvan carrying his blind parents on a pilgrimage। ਤੇ ਉਹਨਾਂ ਨੇ ਜਿਹੜੀਆਂ ਪਿਕਚਰਸ ਦਿਖਾਈਆਂ, ਉਹਨਾਂ ਪਿਕਚਰਸ ਵਿੱਚੋਂ ਇੱਕ ਪਿਕਚਰ ਇਹ ਵੀ ਸੀ ਕਿ ਜਿਹਦੇ ਵਿੱਚ ਸ਼ਰਵਨ ਆਪਣੇ ਅੰਨੇ ਮਾਂ-ਬਾਪ ਨੂੰ ਪਿਲਗ੍ਰਿਮੇਜ ਤੇ ਲੈ ਕੇ ਜਾ ਰਿਹਾ, ਯਾਨੀ ਤੀਰਥ ਯਾਤਰਾ ਤੇ ਲੈ ਕੇ ਜਾ ਰਿਹਾ ਹੈ। he carried them on his shoulders by means of slings। ਉਹ ਉਹਨਾਂ ਨੂੰ ਆਪਣੇ ਮੋਢਿਆਂ ਤੇ ਰੱਖ ਕੇ ਲੈ ਕੇ ਜਾ ਰਿਹਾ ਸੀ। ਕਿਹਦੀ ਸਹਾਇਤਾ ਨਾਲ? ਸਲਿੰਗਸ ਦੀ ਸਹਾਇਤਾ ਨਾਲ। ਸਲਿੰਗ ਕਿਹਨੂੰ ਕਹਿੰਦੇ ਨੇ? ਵੈਂਗੀ ਨੂੰ। ਠੀਕ ਹੈ, ਵੈਂਗੀ ਕਿਸ ਤਰ੍ਹਾਂ? ਜਿਸ ਤਰ੍ਹਾਂ ਫੋਟੋ 'ਚ ਦਿਖਾਈ ਗਈ ਹੈ ਕਿ ਦੋਨੋਂ ਸਾਈਡ ਤੇ ਉਹ ਟੋਕਰੀਆਂ ਬੰਨ੍ਹਤੀਆਂ ਤੇ ਇੱਕ ਪਾਸੇ ਮਾਂ ਤੇ ਇੱਕ ਪਾਸੇ ਬਾਪ ਨੂੰ ਬਿਠਾ ਕੇ ਸ਼ਰਵਨ ਨੇ ਆਪਣੇ ਮਾਤਾ ਪਿਤਾ ਨੂੰ ਤੀਰਥ ਯਾਤਰਾ ਕਰਵਾਈ। the book and the picture deeply touched my heart। ਬੁੱਕ ਨੇ ਅਤੇ ਉਸ ਦਿਖਾਈ ਜਾਣ ਵਾਲੀ ਤਸਵੀਰ ਨੇ ਮੇਰੇ ਦਿਲ ਨੂੰ ਬਹੁਤ ਡੂੰਘਾ ਛੂਇਆ। here is an example for you to copy, I said to myself। ਫਿਰ ਮੈਂ ਆਪਣੇ ਆਪ ਨੂੰ ਕਿਹਾ ਕਿ ਇਹ ਤੇਰੇ ਲਈ ਵੀ ਇੱਕ ਐਗਜ਼ਾਮਪਲ ਹੈ ਜਿਹਨੂੰ ਤੂੰ ਕਾਪੀ ਕਰ ਸਕਦਾ ਹੈ। the painful lament of the parents। lament ਹੁੰਦਾ ਪਛਤਾਵਾ ਕਰਨਾ, ਵਿਰਲਾਪ ਕਰਨਾ, ਰੋਣਾ ਕੁਰਲਾਣਾ। ਠੀਕ ਹੈ, the painful lament ਉਹ ਦੁਖਦਾਈ ਵਿਰਲਾਪ ਕਿਹਦਾ? of the parents over Sharvan's death। ਸ਼ਰਵਨ ਦੀ ਮੌਤ ਉੱਤੇ ਉਸਦੇ ਮਾਤਾ ਪਿਤਾ ਦਾ ਉਹ ਦੁਖਦਾਈ ਵਿਰਲਾਪ is still fresh in my memory। ਉਹ ਮੇਰੀ ਯਾਦਦਾਸ਼ਤ ਵਿੱਚ ਅਜੇ ਵੀ ਤਾਜ਼ਾ ਹੈ। the melting tune touched me deeply। ਦਿਲ ਨੂੰ ਪਿਘਲਾਉਣ ਵਾਲੀ ਉਸ ਟਿਊਨ ਨੇ ਵੀ, ਉਸ ਤਰਜ਼ ਨੇ ਵੀ, ਮਿਊਜ਼ਿਕ ਨੇ ਵੀ ਮੇਰੇ ਦਿਲ ਨੂੰ ਬਹੁਤ ਡੂੰਘਾ ਛੂਇਆ। I played it on a concertina my father had brought for me। ਮੈਂ ਉਹ ਟਿਊਨ ਕੰਸਰਟੀਨਾ ਦੇ ਉੱਤੇ ਵੀ ਵਜਾਈ ਜਿਹੜੇ ਕਿ ਮੇਰੇ ਪਿਤਾ ਜੀ ਨੇ ਲਿਆ ਕੇ ਮੈਨੂੰ ਦਿੱਤੀ ਸੀ। I remember a similar incident connected with another play। ਇਸੇ ਤਰ੍ਹਾਂ ਦੀ ਹੀ ਇੱਕ ਹੋਰ ਘਟਨਾ ਜਿਹੜੀ ਕਿ ਕਿਸੇ ਦੂਸਰੇ ਪਲੇ ਦੇ ਨਾਲ, ਕਿਸੇ ਨਾਟਕ ਦੇ ਨਾਲ ਜੁੜੀ ਹੋਈ ਸੀ, ਮੈਨੂੰ ਯਾਦ ਹੈ। just about this time ਉਸੇ ਸਮੇਂ ਵੇਲੇ ਹੀ I had got my father's permission to see a play named ਹਰੀਸ਼ ਚੰਦਰ। ਮੈਂ ਆਪਣੇ ਪਿਤਾ ਜੀ ਕੋਲੋਂ ਆਗਿਆ ਲਈ ਸੀ ਇੱਕ ਨਾਟਕ ਦੇਖਣ ਲਈ ਜਿਸ ਨਾਟਕ ਦਾ ਨਾਮ ਕੀ ਸੀ? ਹਰੀਸ਼ ਚੰਦਰ। it was performed by a certain dramatic company। ਇਹ ਕਿਸੇ ਖਾਸ ਡਰਾਮਾ ਕੰਪਨੀ ਵੱਲੋਂ ਪਰਫਾਰਮ ਕੀਤਾ ਗਿਆ ਸੀ। this play captured my heart। ਇਸ ਨਾਟਕ ਨੇ ਮੇਰੇ ਦਿਲ ਨੂੰ ਘੇਰ ਲਿਆ। ਕੈਪਚਰ ਹੁੰਦਾ ਘੇਰਨਾ। ਠੀਕ ਹੈ, and I could never be tired of seeing it। ਤੇ ਮੈਂ ਇਸ ਨੂੰ ਦੇਖ ਕੇ ਕਦੀ ਵੀ ਥੱਕਦਾ ਨਹੀਂ ਸੀ। but how often could I be permitted to go। ਪਰ ਮੈਨੂੰ ਕਿੰਨੀ ਕੁ ਵਾਰ ਆਗਿਆ ਮਿਲਦੀ ਉੱਥੇ ਜਾਣ ਦੀ ਤੇ ਨਾਟਕ ਦੇਖਣ ਦੀ। it haunted me day and night। ਇਹ ਦਿਨ ਅਤੇ ਰਾਤ ਮੈਨੂੰ ਝੰਜੋੜਦਾ ਰਹਿੰਦਾ। I must have acted ਹਰੀਸ਼ ਚੰਦਰ to myself times without number। ਮੈਂ ਅਣਗਿਣਤ ਵਾਰੀ ਆਪਣੇ ਆਪ ਨੂੰ ਹਰੀਸ਼ ਚੰਦਰ ਬਣਾ ਕੇ ਐਕਟਿੰਗ ਕਰਦਾ। I asked myself day night। ਮੈਂ ਦਿਨ ਰਾਤ ਆਪਣੇ ਆਪ ਨੂੰ ਪੁੱਛਦਾ why should not all be truthful like ਹਰੀਸ਼ ਚੰਦਰ। ਕਿ ਸਾਰੇ ਜਣੇ ਹਰੀਸ਼ ਚੰਦਰ ਵਰਗੇ ਟਰੂਥਫੁਲ ਕਿਉਂ ਨਹੀਂ ਹੁੰਦੇ। I literally believed in the story of ਹਰੀਸ਼ ਚੰਦਰ। ਮੈਂ ਪੂਰੀ ਤਰ੍ਹਾਂ ਹਰੀਸ਼ ਚੰਦਰ ਦੀ ਸਟੋਰੀ ਵਿੱਚ ਵਿਸ਼ਵਾਸ ਕਰਦਾ ਸੀ। the thought of it often made me weep। ਇਸ ਦਾ ਵਿਚਾਰ ਹਮੇਸ਼ਾ ਮੈਨੂੰ ਰੁਲਾ ਦਿੰਦਾ। it inspired in me one ideal। ਇਹ ਮੇਰੇ ਵਿੱਚ ਇੱਕ ਆਦਰਸ਼ ਨੂੰ ਪ੍ਰੇਰਿਤ ਕਰਦਾ। ਉਹ ਆਦਰਸ਼ ਕਿਹੜਾ ਸੀ? to follow truth and to go through all the ordeals ਹਰੀਸ਼ ਚੰਦਰ had gone through। ordeals ਹੁੰਦਾ ਰੁਕਾਵਟਾਂ, ਕਿ ਟਰੁੱਥ ਨੂੰ ਫੋਲੋ ਕਰਨਾ ਯਾਨੀ ਟਰੁੱਥ ਦੀ ਪਾਲਣਾ ਕਰਨੀ। ਓਕੇ, ਸੱਚ ਦੀ ਪਾਲਣਾ ਕਰਨੀ, ਸੱਚ ਦਾ ਪਿੱਛਾ ਕਰਨਾ। ਤੇ ਉਹ ਆਦਰਸ਼ ਕਿਹੜਾ ਸੀ? to follow truth ਸੱਚ ਦੀ ਪਾਲਣਾ ਕਰਨੀ, ਸੱਚ ਦਾ ਪਿੱਛਾ ਕਰਨਾ। ਠੀਕ ਹੈ, ਸੱਚ ਦੇ ਪੈਰੋਕਾਰ ਹੋਣਾ। and to go through all the ordeals। ਠੀਕ ਹੈ, go through ਹੁੰਦਾ ਵਿੱਚੋਂ ਦੀ ਲੰਘਦੇ ਹੋਏ ਜਾਣਾ, ਉਸ ਨੂੰ ਮਹਿਸੂਸ ਕਰਦੇ ਹੋਏ ਜਾਣਾ, ਉਸ ਨੂੰ ਜੀਂਦੇ ਹੋਏ ਜਾਣਾ। ਓਕੇ, ਕਿਸੇ ਨੂੰ all the ordeals। ordeals ਕੀ ਹੁੰਦਾ? ਰੁਕਾਵਟਾਂ। ਉਹ ਸਾਰੀਆਂ ਰੁਕਾਵਟਾਂ ਨੂੰ ਸਹਿਨ ਕਰਦੇ ਹੋਏ ਜਾਣਾ। ਹਰੀਸ਼ ਚੰਦਰ had gone through ਜਿਹੜੀਆਂ ਰੁਕਾਵਟਾਂ ਹਰੀਸ਼ ਚੰਦਰ ਨੇ ਪਾਰ ਕੀਤੀਆਂ ਸਨ। both ਹਰੀਸ਼ ਚੰਦਰ and ਸ਼ਰਵਨ are living realities for me। ਦੋਨੋਂ ਹੀ ਹਰੀਸ਼ ਚੰਦਰ ਅਤੇ ਸ਼ਰਵਨ ਮੇਰੇ ਵਾਸਤੇ ਜੀਵਤ ਅਸਲੀਅਤਾਂ ਸਨ। I am sure ਮੈਨੂੰ ਯਕੀਨ ਹੈ I should be moved as before if I were to read those plays again today। ਕਿ ਮੈਂ ਅੱਜ ਵੀ ਉਸੇ ਤਰ੍ਹਾਂ ਹੀ ਪ੍ਰਭਾਵਿਤ ਹੋਵਾਂਗਾ, ਉਸੇ ਤਰ੍ਹਾਂ ਹੀ ਉਹਨਾਂ ਦੇ ਵੇਗ ਦੇ ਵਿੱਚ, ਉਹਨਾਂ ਦੇ ਪ੍ਰਭਾਵ ਦੇ ਵਿੱਚ ਉਸੇ ਤਰ੍ਹਾਂ ਹੀ ਵਹਿ ਤੁਰਾਂਗਾ ਜਿੱਦਾਂ ਮੈਂ ਇਹ ਕਿਤਾਬਾਂ ਉਦੋਂ ਪੜ੍ਹ ਕੇ ਪ੍ਰਭਾਵਿਤ ਹੋਇਆ
ਸੀ। ਸੋ ਇਹ ਸੀ ਲੈਸਨ ਚਾਈਲਡਹੁੱਡ, ਬਚਪਨ, ਜਿਹਦੇ ਵਿੱਚ ਗਾਂਧੀ ਜੀ ਨੇ ਆਪਣੇ ਬਚਪਨ ਦੀਆਂ ਚੰਗੀਆਂ ਯਾਦਾਂ ਸਾਡੇ ਨਾਲ ਸ਼ੇਅਰ ਕੀਤੀਆਂ। ਚੰਗੀ ਗੱਲ ਜਿੱਥੋਂ ਵੀ ਮਿਲੇ ਗ੍ਰਹਿਣ ਕਰ ਲੈਣੀ ਚਾਹੀਦੀ ਹੈ। ਸੋ ਜੇ ਤੁਹਾਨੂੰ ਵੀ ਇਹਦੇ ਚ ਕੋਈ ਚੰਗੀ ਗੱਲ ਮਿਲੀ ਹੋਵੇ, ਕੋਸ਼ਿਸ਼ ਕਰੋ ਕਿ ਅਸੀਂ ਵੀ ਉਸ ਨੂੰ ਗ੍ਰਹਿਣ ਕਰ ਸਕੀਏ, ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਸਕੀਏ, ਤਾਂ ਕਿ ਸਾਡੀ ਲਾਈਫ ਵੀ ਸਾਡੇ ਲਈ ਅਤੇ ਦੂਜਿਆਂ ਲਈ ਵਧੀਆ ਬਣ ਸਕੇ। ਸੋ ਮਿਲਦੇ ਹਾਂ ਨੈਕਸਟ ਵੀਡੀਓ 'ਚ, ਜਿਹਦੇ ਵਿੱਚ ਅਸੀਂ ਇਹਦੀ ਹੋਰ ਐਕਸਰਸਾਈਜ਼ ਪਾਰਟ ਕਰਾਂਗੇ ਤੇ ਕੁਐਸਚਨ ਆਨਸਰ ਕਰਾਂਗੇ। ਥੈਂਕ ਯੂ ਵੈਰੀ ਮਚ।